ਸਤਿ ਸ਼੍ਰੀ ਅਕਾਲ ਸਾਥੀਓ, ਮੈਂ ਗੁਰਪ੍ਰੀਤ ਗੁਰੀ ਤੁਹਾਡੇ ਸਾਰਿਆਂ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ। ਤੇ ਆਪਾਂ ਸਭ ਨੂੰ ਪਤਾ ਹੈ ਕਿ ਪਿਛਲੇ ਕਈ ਦਿਨਾਂ ਤੋਂ 10 ਸਾਲਾ ਪਾਲਿਸੀ ਦਾ ਬਹੁਤ ਗਰੁੱਪਾਂ ਦੇ ਵਿੱਚ ਰੌਲਾ ਪੈ ਰਿਹਾ ਹੈ, ਕਿਉਂਕਿ 22 ਤਰੀਕ ਦੀ ਮੀਟਿੰਗ ਦੇ ਵਿੱਚ ਸਿੱਖਿਆ ਮੰਤਰੀ ਸਾਹਿਬ ਨੇ ਕਿਹਾ ਕਿ ਤੁਹਾਡੇ ਲਈ 10 ਸਾਲਾ ਪਾਲਿਸੀ ਲੈ ਕੇ ਆ ਰਹੇ ਹਾਂ। ਜਿਸ ਨੂੰ ਸੁਣਨ ਤੋਂ ਬਾਅਦ ਜਿੰਨੇ ਵੀ ਉੱਥੇ ਟੋਲੇ ਗਏ ਸੀ ਜਾਂ ਜਥੇਬੰਦੀਆਂ ਗਈਆਂ ਸੀ, ਉਹਨਾਂ ਦੇ ਆਗੂ, ਚੌਧਰੀ ਜਾਂ ਲੀਡਰ ਜੋ ਵੀ ਮੀਟਿੰਗ ਵਿੱਚ ਮੌਜੂਦ ਸੀ, ਉਹ ਸੁਣਨ ਤੋਂ ਬਾਅਦ ਵਟਸਐਪ ਜਾਂ ਫਿਰ ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ ਜਾਂ ਟੀਵੀ ਚੈਨਲਾਂ ਦੇ ਉੱਤੇ ਆਪਣੇ ਆਪ ਬਿਆਨ ਦੇਣ ਲੱਗ ਜਾਂਦੇ ਨੇ ਕਿ ਸਰਕਾਰ ਸਾਡੇ ਲਈ 10 ਸਾਲਾ ਪਾਲਿਸੀ ਲੈ ਕੇ ਆ ਰਹੀ ਹੈ ਅਤੇ ਸਰਕਾਰ ਸਾਡਾ ਕੰਮ ਕਰ ਰਹੀ ਆ। ਜਦ ਕਿ ਕਿਸੇ ਨੂੰ ਕੁਝ ਕਲੀਅਰ ਨਹੀਂ ਸੀ ਕਿ ਇਹ ਪਾਲਿਸੀ ਕੀ ਹੈ, ਕਿਵੇਂ ਆਊਗੀ, ਜਾਂ ਇਹਦੇ ਰੂਲ ਕੀ ਨੇ, ਜਾਂ ਫਿਰ ਸਰਕਾਰ ਕਿਸ ਤਰੀਕੇ ਨਾਲ ਸਾਨੂੰ ਸੈੱਟ ਕਰੂਗੀ। ਨਾ ਹੀ ਕਿਸੇ ਨੇ ਮੀਟਿੰਗ ਵਿੱਚ ਇਹ ਸਵਾਲ ਕਰਨੇ ਸਹੀ ਸਮਝੇ ਨੇ। ਮੈਂ ਕਈ ਜਥੇਬੰਦੀਆਂ ਦੇ ਆਗੂਆਂ ਤੋਂ ਕੋਸ਼ਿਸ਼ ਕੀਤੀ ਕਿ ਇਹਦੇ ਬਾਰੇ ਕੁਝ ਕਲੀਅਰ ਹੋ ਸਕੇ, ਪਰ ਕਿਸੇ ਤਰ੍ਹਾਂ ਦੀ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਸੀ। ਉਹਨਾਂ ਦੇ ਕਹਿਣ ਮੁਤਾਬਿਕ ਸਿਰਫ ਇੰਨਾ ਹੀ ਕਿ ਸਰਕਾਰ 10 ਸਾਲਾ ਪਾਲਿਸੀ ਲੈ ਕੇ ਆ ਰਹੀ ਹੈ। ਅਤੇ ਪਹਿਲਾਂ ਉਹਨਾਂ ਨੇ 15 ਅਗਸਤ ਦਾ ਰੌਲਾ ਪਾਇਆ ਅਤੇ ਉਸ ਤੋਂ ਬਾਅਦ ਸਰਕਾਰ ਵੱਲੋਂ ਬਿਆਨ ਆਇਆ ਕਿ 6 ਮਹੀਨੇ ਦਾ ਸਾਨੂੰ ਟਾਈਮ ਚਾਹੀਦਾ ਹੈ। ਅਤੇ ਇਸੇ ਦੌਰਾਨ ਮੇਰੇ ਮਨ ਦੇ ਵਿੱਚ ਕੁਝ ਉਲਝਣਾਂ ਸੀਗੀਆਂ ਜਿਨ੍ਹਾਂ ਨੂੰ ਮੈਂ ਕਲੀਅਰ ਕਰਨਾ ਚਾਹੁੰਦਾ ਸੀ। ਅਚਾਨਕ ਸਾਨੂੰ ਪਿਛਲੇ 4 ਕੁ ਦਿਨ ਪਹਿਲਾਂ ਤੋਂ DPI ਮੈਡਮ ਵੱਲੋਂ ਕਾਲ ਆਈ ਸੀ ਕਿਸੇ ਜਥੇਬੰਦੀ ਨੂੰ, ਅਤੇ ਉਹਨਾਂ ਨੇ ਮੈਨੂੰ ਕਾਲ ਕਰ ਲਈ ਕਿ ਤੁਸੀਂ ਨਾਲ ਚੱਲੋ ਅਤੇ ਆਪਾਂ ਗੱਲਬਾਤ ਕਰਨੀ ਆ। ਮੈਂ ਉਹਨਾਂ ਦੇ ਨਾਲ DPI ਮੈਡਮ ਕੋਲ ਗਿਆ ਅਤੇ ਮੈਂ ਵੀ ਕੁਝ ਰਾਬਤਾ ਕੀਤਾ ਸੀ, ਜਿਹਦੇ ਰਾਹੀਂ ਮੈਂ ਗੱਲਬਾਤ ਕਰਦਾ ਸੀ ਪਹਿਲਾਂ। ਅਤੇ ਮੀਟਿੰਗ ਵਿੱਚ ਗਏ ਤਾਂ ਉੱਥੋਂ ਸਾਨੂੰ ਅਚਾਨਕ ਪਤਾ ਲੱਗਿਆ ਕਿ ਇੱਕ ਪੱਤਰ ਆਇਆ ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ। ਅਤੇ ਅਸੀਂ ਸੋਚਿਆ ਕਿ ਮੋਹਾਲੀ ਆਏ ਹੋਏ ਹਾਂ, ਪੰਜਾਬ ਭਵਨ ਚੱਲਦੇ ਹਾਂ, ਅਤੇ ਕੁਝ DPI ਦਫ਼ਤਰ ਤੋਂ ਸਾਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਉੱਥੇ ਜਾ ਸਕਦੇ ਹੋ, ਕਿਉਂਕਿ DPI ਦਫ਼ਤਰ ਦੇ ਕਹਿਣ ਅਨੁਸਾਰ ਉਹਨਾਂ ਤੋਂ ਸਿਰਫ ਡਾਟਾ ਮੰਗਿਆ ਗਿਆ। ਪਾਲਿਸੀ ਬਾਰੇ ਜਾਂ ਸਰਕਾਰ ਕੀ ਸਿਸਟਮ ਬਣਾ ਰਹੀ ਹੈ ਉਹਨਾਂ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਸੀਗੀ, ਅਤੇ ਉਹ ਸਿਰਫ ਡਾਟੇ ਤੱਕ ਜ਼ਿਆਦਾ ਸੀਮਤ ਸੀ ਕਿ ਡਾਟਾ ਮੰਗਿਆ ਗਿਆ ਅਤੇ ਸਰਕਾਰ ਕੁਝ ਕਰ ਰਹੀ ਆ। ਉਸ ਤੋਂ ਬਾਅਦ ਅਸੀਂ ਪੰਜਾਬ ਭਵਨ ਪਹੁੰਚ ਗਏ ਅਤੇ ਉਮੀਦ ਸੀ ਵੀ ਕਿਸੇ ਤਰੀਕੇ ਸਾਨੂੰ ਅੰਦਰ ਜਾਣ ਦਾ ਮੌਕਾ ਮਿਲੂਗਾ ਅਤੇ ਅਸੀਂ ਗੱਲਬਾਤ ਕਰਾਂਗੇ। ਮੈਂ ਇੱਕ ਗੱਲ ਸਪਸ਼ਟ ਦੱਸ ਦੇਣੀ ਚਾਹੁੰਦਾ ਕਿ ਭਾਵੇਂ ਕਿ ਲਿਸਟ ਦੇ ਵਿੱਚ ਮੇਰਾ ਨਾਮ ਆਇਆ ਸੀ, ਪਰ ਮੈਂ ਅੰਦਰ ਮੀਟਿੰਗ ਸਿੱਖਿਆ ਪ੍ਰੋਵਾਈਡਰ ਅਧਿਆਪਕ ਜਥੇਬੰਦੀ ਵੱਲੋਂ ਨਹੀਂ ਕੀਤੀ, ਕਿਉਂਕਿ ਉੱਥੇ ਪਹਿਲਾਂ ਹੀ 2-3 ਮੈਂਬਰ ਪਹੁੰਚ ਚੁੱਕੇ ਸੀਗੇ। ਮੈਂ ਮੀਟਿੰਗ ਦੇ ਅੰਦਰ ਗਿਆ ਅਤੇ ਜੋ ਗੱਲਬਾਤ ਹੋਈ ਹੁਣ ਮੈਂ ਤੁਹਾਨੂੰ ਉਹ ਦੱਸਣ ਲੱਗਿਆ। ਸਭ ਤੋਂ ਪਹਿਲਾਂ ਮੀਟਿੰਗ ਦੇ ਵਿੱਚ ਹਰਪਾਲ ਚੀਮਾ ਜੀ ਪਹੁੰਚੇ ਸੀ, ਅਤੇ ਗੁਰਮੀਤ ਸਿੰਘ ਮੀਤਹੇਅਰ ਜੀ ਐਡਵੋਕੇਟ ਜਨਰਲ ਕਾਨੂੰਨੀ ਮਾਹਿਰ ਸੀ, 2 ਤੋਂ 3 ਸਿੱਖਿਆ ਵਿਭਾਗ ਦੇ ਅਧਿਕਾਰੀ ਸੀਗੇ, ਕਾਫੀ ਵੱਡੀ ਗਿਣਤੀ ਦੇ ਵਿੱਚ। ਸਾਥੀਓ, ਮੈਂ ਉਹੀ ਗੱਲਾਂ ਕਰੂੰਗਾ ਜੋ ਮੀਟਿੰਗ ਦੇ ਵਿੱਚ ਹੋਈਆਂ ਨੇ। ਮੈਨੂੰ ਕੋਲੋਂ ਬਣਾ ਕੇ ਜਾਂ ਫਿਰ ਅਲੱਗ ਤਰੀਕੇ ਨਾਲ ਗੁੰਮਰਾਹ ਕਰਨ ਦੀ ਆਦਤ ਨਹੀਂ, ਕਿਉਂਕਿ ਨਾ ਮੈਨੂੰ ਕਿਸੇ ਲੀਡਰੀ ਤੱਕ ਮਤਲਬ ਆ, ਨਾ ਹੀ ਫੰਡ ਤੱਕ, ਨਾ ਹੀ ਲੋਕਾਂ ਨੂੰ ਗੁੰਮਰਾਹ ਕਰਕੇ ਪਿੱਛੇ ਲਾਉਣ ਤੱਕ। ਮੀਟਿੰਗ ਸ਼ੁਰੂ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਹੀ ਮੰਤਰੀ ਸਾਹਿਬ ਨੇ ਦੱਸਿਆ ਕਿ ਅਸੀਂ ਤੁਹਾਡੇ ਲਈ ਕੋਸ਼ਿਸ਼ ਕਰ ਰਹੇ ਹਾਂ। ਪਿਛਲੀਆਂ ਸਰਕਾਰਾਂ ਨੇ ਕੋਸ਼ਿਸ਼ਾਂ ਕੀਤੀਆਂ ਪਰ ਸਫਲ ਨਹੀਂ ਹੋਈਆਂ ਹੈਗੀਆਂ। ਉਹਨਾਂ ਦੀ ਨੀਤ 'ਚ ਫਰਕ ਹੋ ਸਕਦਾ ਹੈ, ਪਰ ਅਸੀਂ ਵਧੀਆ ਨੀਤ ਨਾਲ ਕੋਸ਼ਿਸ਼ ਕਰ ਰਹੇ ਹਾਂ। ਪਰ ਉੱਥੇ ਦੇਖਣ ਵਾਲੀ ਗੱਲ ਇਹ ਸੀ ਕਿ ਮੰਤਰੀ ਸਾਹਿਬ ਨੇ ਜੋ ਐਡਵੋਕੇਟ ਜਨਰਲ ਆਏ ਸੀ, ਉਹਨਾਂ ਤੋਂ ਸਾਡੇ ਸਾਹਮਣੇ ਸਲਾਹ ਲੈਣੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਉਹਨਾਂ ਨੇ ਪੁੱਛਿਆ ਕਿ ਪਿਛਲੀਆਂ ਪਾਲਿਸੀਆਂ ਬਾਰੇ ਚਾਨਣਾ ਪਾਓ, ਜਿਸ ਸੰਬੰਧੀ ਵਿਭਾਗ ਦੇ ਅਧਿਕਾਰੀਆਂ ਨੇ ਡਿਟੇਲ ਵਿੱਚ ਦੱਸਿਆ ਕਿ ਪਿਛਲੇ ਸਮੇਂ ਵਿੱਚ ਕੋਈ ਪਾਲਿਸੀ, ਐਕਟ ਜਾਂ ਬਿੱਲ ਜੋ ਵੀ ਪਾਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਬਾਰੇ ਜਾਣਕਾਰੀ ਦਿੱਤੀ। ਮੈਨੂੰ ਲੱਗਦਾ ਕਿ ਸਾਰਿਆਂ ਨੂੰ ਜਾਣਕਾਰੀ ਦੇਣੀ ਬਣਦੀ ਆ, ਕਿਉਂਕਿ ਮੀਟਿੰਗ ਤੋਂ ਬਾਹਰ ਆ ਕੇ ਕੰਮ ਹੋ ਰਿਹਾ, ਚੱਲ ਰਿਹਾ ਜਾਂ ਅੜਚਣ ਆ ਰਹੀਆਂ, ਇੰਨੀ ਕੁ ਜਾਣਕਾਰੀ ਦੇਣ ਤੋਂ ਬਾਅਦ ਕੇਡਰ ਉਲਝਣਾਂ ਵਿੱਚ ਫਸਿਆ ਰਹਿੰਦਾ। ਐਡਵੋਕੇਟ ਜਨਰਲ ਨੇ ਵੀ ਵਧੀਆ ਜਾਣਕਾਰੀ ਦਿੱਤੀ ਉੱਥੇ, ਅਤੇ ਨਾਲ ਹੀ ਵਿਭਾਗ ਦੇ ਅਧਿਕਾਰੀਆਂ ਨੇ ਪੁਰਾਣੇ ਜੋ ਐਕਟ ਜਾਂ ਕਾਨੂੰਨ ਜਾਂ ਬਿੱਲ ਜੋ ਵੀ ਪਾਸ ਹੋਏ ਸੀ, ਉਹਨਾਂ ਬਾਰੇ ਜਾਣਕਾਰੀ ਦਿੱਤੀ। ਪਹਿਲਾਂ ਉਹਨਾਂ ਨੇ ਦੱਸਿਆ ਕਿ ਉਮਾ ਦੇਵੀ ਦੀ ਜੱਜਮੈਂਟ ਦੇ ਮੁਤਾਬਿਕ ਬੈਕਡੋਰ ਨੂੰ ਬਾਹਰ ਰੱਖਿਆ ਗਿਆ ਸੀ। ਪਹਿਲਾਂ ਜਿੰਨੇ ਵੀ ਐਕਟ ਜਾਂ ਜਿੰਨੇ ਵੀ ਕੋਸ਼ਿਸ਼ ਕਰੀ ਆ ਬਿੱਲ ਪਾਸ ਕਰਨ ਦੀ, ਉਹਨਾਂ ਵਿੱਚ ਬੈਕਡੋਰ ਨੂੰ ਬਾਹਰ ਰੱਖਿਆ ਗਿਆ ਸੀ। ਸਾਲ 2006 ਦੇ ਵਿੱਚ ਸਰਕਾਰ, ਮੌਜੂਦਾ ਸਰਕਾਰ ਸੀ ਜੋ ਉਸ ਸਮੇਂ ਦੀ, ਉਹ 1 ਟਾਈਮ ਪਾਲਿਸੀ ਲੈ ਕੇ ਆਈ ਸੀ 2006 ਦੇ ਵਿੱਚ, ਪਰ ਉਹ ਕਿਸੇ ਤਰ੍ਹਾਂ ਸਿਰੇ ਨਹੀਂ ਚੜ੍ਹ ਸਕੀ।
ਤੇ ਉਸ ਤੋਂ ਬਾਅਦ 2011 ਚ ਸਰਕਾਰ ਨੇ ਫਿਰ ਪਾਲਿਸੀ ਲੈ ਕੇ ਆਂਦੀ, ਜਿਹਦੇ ਵਿੱਚ ਸਾਰੇ ਪੰਜਾਬ ਦੇ ਜਿੰਨੇ ਬੋਰਡ ਤੇ ਕਾਰਪੋਰੇਸ਼ਨ ਨੇ ਉਹਨਾਂ ਦੇ ਜਿੰਨੇ ਮੁਲਾਜ਼ਮ ਟਰਾਂਸਪੇਰੈਂਟ ਤਰੀਕੇ ਨਾਲ ਜਾਂ ਨਿਯਮਾਂ ਤਹਿਤ ਭਰਤੀ ਨਾਲ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਲਈ ਜਿਹੜਾ ਹੈਗਾ ਇੱਕ ਪਾਲਿਸੀ ਤਿਆਰ ਕੀਤੀ, ਜਿਹਦੇ ਵਿੱਚ ਦੋ ਗੱਲਾਂ ਮੁੱਖ ਸੀ। ਜਿਹਦੇ ਵਿੱਚ ਇੱਕ ਉਹਨਾਂ ਦੀ ਪੇ ਪ੍ਰੋਟੈਕਟ ਨਹੀਂ ਹੋਊਗੀ ਤੇ ਦੂਸਰੇ ਨੰਬਰ ਤੇ ਜੋ ਪੁਰਾਣੇ ਬੈਨੀਫਿਟ ਨੇ ਉਹ ਸਾਰੇ ਖਤਮ ਕਰਕੇ ਨਵੇਂ ਸਿਰੇ ਤੋਂ ਉਹਨਾਂ ਦੀ ਜੁਆਇਨਿੰਗ ਕਰਾਈ ਜਾਊਗੀ। ਜਿਹਦੇ ਵਿੱਚ ਆਪਾਂ ਪਿਛਲੇ ਸਮੇਂ 'ਚ ਦੇਖਿਆ ਕੁਛ ਜਥੇਬੰਦੀਆਂ ਦੇ ਜਿਹੜੇ ਹੈਗੇ ਨੇ ਕੇਡਰ ਦੀ ਤਨਖਾਹ ਘਟਾ ਕੇ ਉਹਨਾਂ ਨੂੰ ਰਜਿਸਟ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ 2016 ਦੇ ਵਿੱਚ ਸਰਕਾਰ ਵਨ ਟਾਈਮ ਸੈਟਲਮੈਂਟ ਦੇ ਇਰਾਦੇ ਨਾਲ ਇੱਕ ਐਕਟ ਲੈ ਕੇ ਆਈ, ਜੋ ਬਹੁਤ ਹੀ ਲਿਬਰਲ ਐਕਟ ਸੀਗਾ, ਬਹੁਤ ਹੀ ਕਹਿ ਸਕਦੇ ਹਾਂ ਵੀ ਮੁਲਾਜ਼ਮਾਂ ਦੇ ਪ੍ਰਤੀ ਸੋਚ ਕੇ ਢਿੱਲੇ ਤੌਰ 'ਤੇ ਬਣਾਇਆ ਗਿਆ ਸੀ। ਉਹ ਐਕਟ 24 ਦਸੰਬਰ 2016 ਨੂੰ ਪੇਸ਼ ਕੀਤਾ ਤੇ ਹਾਈ ਕੋਰਟ 'ਚੋਂ ਚੈਲੰਜ ਹੋ ਗਿਆ ਐਕਟ। ਕਾਨੂੰਨੀ ਪੱਖ ਚੈੱਕ ਕਰੋ, ਇਹ ਗੱਲ ਜਿਹੜੀ ਹੈਗੀ ਆ ਹਾਈ ਕੋਰਟ ਨੇ ਇਤਰਾਜ਼ ਲਗਾਇਆ ਕਿ ਇਸ ਐਕਟ ਦੇ ਕਾਨੂੰਨੀ ਪੱਖ ਚੈੱਕ ਕਰੋ, ਕਿਉਂਕਿ ਇਹ ਐਕਟ ਹਾਈ ਕੋਰਟ ਦੇ ਵਿੱਚ ਚੈਲੰਜ ਹੋ ਗਿਆ ਸੀ। 2017 ਦੇ ਵਿੱਚ ਆਪਣੇ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਨੇ ਸਰਕਾਰ ਦਾ ਪੱਖ ਰੱਖਦੇ ਹੋਏ, ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਐਕਟ ਦੇ ਵਿੱਚ ਕਮੀਆਂ ਬਹੁਤ ਨੇ, ਅਸੀਂ ਇਹਨਾਂ ਨੂੰ ਨਾ ਤਾਂ ਅੱਗੇ ਲਿਜਾ ਸਕਦੇ ਹਾਂ ਤੇ ਇਸ ਨੂੰ ਵਾਪਸ ਲੈਣਾ ਵਧੀਆ ਗੱਲ ਹੈ। ਇਸ ਕਰਕੇ ਉਹਨਾਂ ਨੇ ਸਰਕਾਰ ਦੇ ਪੱਖ ਤੋਂ ਇੱਕ ਐਫੀਡੈਵਿਟ ਫਾਈਲ ਕੀਤਾ, ਜਿਹਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਕਿਹਾ ਵੀ ਇਸ ਸੰਬੰਧ ਦੇ ਵਿੱਚ ਅਸੀਂ ਕੋਈ ਵੀ ਰੂਲ ਜਾਂ ਕੋਈ ਵੀ ਜੋ ਇਹ ਐਕਟ ਆ ਉਹਨੂੰ ਇੰਪਲੀਮੈਂਟ ਨਹੀਂ ਕਰਾਂਗੇ ਤੇ ਖਾਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਨੂੰ ਸਸਪੈਂਡਡ ਕੀਤਾ ਜਾਵੇ। ਜੋ ਐਕਟ ਆ ਇਹ ਐਫੀਡੈਵਿਟ ਫਾਈਲ ਕਰਕੇ ਇਹਦੇ ਉੱਤੇ ਸਰਕਾਰ ਨੇ ਆਪਣੇ ਵੱਲੋਂ ਆਪਣਾ ਪੱਖ ਦੇ ਦਿੱਤਾ ਸੀ। ਫਿਰ 2021 ਦੇ ਵਿੱਚ ਫਿਰ ਦੁਬਾਰੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਚੱਲੀ ਤਾਂ ਸਰਕਾਰ ਜੋ ਕਾਂਗਰਸ ਸਰਕਾਰ ਸੀ ਉਹਨਾਂ ਨੇ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ 2021 ਦੇ ਵਿੱਚ ਸਰਕਾਰ ਨੇ ਨਵਾਂ ਬਿੱਲ ਲੈ ਕੇ ਆਂਦਾ, ਜਿਸ ਵਿੱਚ 2016 ਦੇ ਐਕਟ ਨੂੰ ਰੀਪੀਲ ਕੀਤਾ ਗਿਆ। ਸਰਕਾਰ ਦੇ ਕਹਿਣ ਅਨੁਸਾਰ ਇਹਦੇ ਵਿੱਚ ਸਰਕਾਰ ਦਾ ਕਹਿਣਾ ਇਹ ਸੀਗਾ ਵੀ ਅਸੀਂ ਪੁਰਾਣੇ ਜਿੰਨੀਆਂ ਵੀ ਖਾਮੀਆਂ ਸੀ ਉਹਨਾਂ ਨੂੰ ਦੂਰ ਕਰਕੇ ਇਸ ਐਕਟ ਨੂੰ ਪੇਸ਼ ਕੀਤਾ। ਉਹਨਾਂ ਦੇ ਕਹਿਣ ਮੁਤਾਬਿਕ ਇਸ ਦੇ ਵਿੱਚ ਸੀ ਅਤੇ ਡੀ ਕੈਟਾਗਰੀ ਦੇ ਮੁਲਾਜ਼ਮ ਕਵਰ ਕੀਤੇ ਨੇ, ਸਿਰਫ ਏ ਤੇ ਬੀ ਨੂੰ ਬਾਹਰ ਕਰਤਾ ਅਸੀਂ ਨੇ, ਤੇ ਵਿਭਾਗਾਂ ਦੇ ਮੁਲਾਜ਼ਮ ਇਹਦੇ ਵਿੱਚ ਪੱਕੇ ਹੋ ਸਕਦੇ ਨੇ, ਪਰ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਨੂੰ ਇਹਨਾਂ ਤੋਂ ਇਸ ਜਿਹੜਾ ਹੈਗਾ ਬਿੱਲ ਤੋਂ ਬਾਹਰ ਕਰਿਆ ਗਿਆ। ਸਰਕਾਰ ਨੇ 10 ਸਾਲਾ ਪਾਲਿਸੀ ਦੀ ਗੱਲ ਰੱਖੀ, ਉਸ ਤੋਂ ਬਾਅਦ ਜੋ ਗੱਲ ਚੱਲ ਰਹੀ ਹੈ 10 ਸਾਲਾ ਪਾਲਿਸੀ ਦੀ, ਹੁਣ ਸਰਕਾਰ ਨੇ 2021 ਦੇ ਐਕਟ ਤੋਂ ਬਾਅਦ ਜੋ ਗੱਲ ਰੱਖੀ ਆ ਉਹਦੇ ਵਿੱਚ ਇੱਕ ਗੱਲ ਕਲੀਅਰ ਕਰਤੀ ਉਹਨਾਂ ਨੇ ਮੀਟਿੰਗ ਦੇ ਵਿੱਚ, ਜੋ ਉਹਨਾਂ ਦੇ ਕਹਿਣ ਮੁਤਾਬਿਕ ਵੀ ਆਊਟਸੋਰਸ ਵਾਲੇ ਇਹਦੇ ਵਿੱਚ ਕਵਰ ਨਹੀਂ ਹੁੰਦੇ ਹੈਗੇ 10 ਸਾਲਾ ਪਾਲਿਸੀ ਦੇ ਵਿੱਚ। ਗਵਰਨਰ ਨੇ ਇਤਰਾਜ਼ ਲਾਏ ਹੋਏ ਸੀਗੇ, ਉਸ ਕਰਕੇ ਜਿਹੜੇ ਪੁਰਾਣੇ ਜੋ ਵੀ ਬਿੱਲ ਆ ਉਹ ਫਸਿਆ ਵਾ ਤੇ ਏਜੀ ਨੇ ਜਵਾਬ ਦਿੱਤਾ ਸੀ, ਪਰ ਉਸ ਦੇ ਬਾਵਜੂਦ ਉਹ ਬਿੱਲ ਗਵਰਨਰ ਕੋਲ ਫਸਿਆ ਵਾ। ਤੇ ਉਸ ਤੋਂ ਬਾਅਦ ਗੱਲ ਇਹ ਆ ਵੀ ਵਨ ਟਾਈਮ ਸੈਟਲਮੈਂਟ ਦਾ ਮਤਲਬ ਹੁੰਦਾ ਕੋਈ ਵੀ ਬਿੱਲ ਜਾਂ ਐਕਟ ਆ ਜਿਹੜਾ ਇੱਕ ਵਾਰ ਮੁਲਾਜ਼ਮਾਂ ਦੀ ਭਲਾਈ ਲਈ ਪਾਸ ਕੀਤਾ ਜਾ ਸਕਦਾ, ਉਸ ਤੋਂ ਬਾਅਦ ਉਸ ਨੂੰ ਰੱਦ ਸਮਝਿਆ ਜਾਂਦਾ, ਉਹ ਦੁਬਾਰੇ ਲਾਗੂ ਨਹੀਂ ਹੁੰਦਾ ਜਾਂ ਫਿਰ ਦੁਬਾਰੇ ਉਸ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਸਕਦੀ। ਪਰ ਆਪਣੀਆਂ ਸਰਕਾਰਾਂ ਨੇ ਕੀ ਕੀਤਾ, 2006 ਦੇ ਵਿੱਚ, 11 ਦੇ ਵਿੱਚ, 16 ਦੇ ਵਿੱਚ ਤੇ ਫਿਰ 21 ਦੇ ਵਿੱਚ ਇਸ ਐਕਟ ਜਾਂ ਬਿੱਲ ਜੋ ਵੀ ਸਰਕਾਰ ਨੇ ਬਣਾਏ ਸੀ ਮੌਕੇ ਤੇ ਇਹਨਾਂ ਨੂੰ ਵਾਰ-ਵਾਰ ਪੇਸ਼ ਕੀਤਾ। ਇੱਕ ਵਨ ਟਾਈਮ ਸੈਟਲਮੈਂਟ ਦੀ ਜਗ੍ਹਾ ਵਾਰ-ਵਾਰ ਆਪਣੇ ਤਰੀਕੇ ਨਾਲ ਟੇਢੇ ਵਿੰਗੇ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। 2021 ਦਾ ਜੋ ਬਿੱਲ ਆ ਉਹ ਗਵਰਨਰ ਕੋਲ ਫਸਿਆ ਵਾ। ਇਸ ਸੰਬੰਧੀ ਜੋ ਗੱਲਬਾਤ ਹੋਈ ਆ ਮੈਂ ਤੁਹਾਨੂੰ ਅੱਗੇ ਦੱਸਦਾ। ਵਿੱਤ ਮੰਤਰੀ ਜੀ ਕਿਸੇ ਗੱਲ ਤੋਂ ਜਾਣੂ ਨਹੀਂ ਸੀ। ਮੀਟਿੰਗ ਦੇ ਵਿੱਚ ਉਹਨਾਂ ਨੇ ਖੁਦ ਸਾਡੇ ਸਾਹਮਣੇ ਜਿੰਨੇ ਵੀ ਕਾਨੂੰਨੀ ਮਾਹਿਰ ਜਾਂ ਕਾਨੂੰਨੀ ਸਲਾਹਕਾਰ ਬੁਲਾਏ ਹੋਏ ਸੀ ਜਾਂ ਫਿਰ ਜਿੰਨੇ ਵੀ ਸੀਗੇ ਉੱਥੇ ਐਡਵੋਕੇਟ ਜਨਰਲ ਸੀ, ਉਹਨਾਂ ਤੋਂ ਸਾਡੇ ਸਾਹਮਣੇ ਉਹਨਾਂ ਨੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਵਿੱਤ ਮੰਤਰੀ ਜੀ ਨੇ ਪੁੱਛਿਆ ਕਿ ਅਸੀਂ ਨਵਾਂ ਐਕਟ ਬਣਾ ਸਕਦੇ ਹਾਂ ਹੁਣ, ਜੇ ਉਹ ਐਕਟ ਗਵਰਨਰ ਕੋਲ ਫਸਿਆ ਹੋਇਆ ਤਾਂ ਨਵਾਂ ਐਕਟ ਬਣਾ ਸਕਦੇ ਹਾਂ। ਤੇ ਕਾਨੂੰਨੀ ਮਾਹਿਰ ਤੇ ਐਡਵੋਕੇਟ ਜਨਰਲ ਨੇ ਉੱਥੇ ਕੋਰੀ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਇਸ ਵੇਲੇ ਜਿਹੜਾ ਬਿੱਲ ਆ ਉਹ ਗਵਰਨਰ ਦੇ ਕੋਲ ਪੈਂਡਿੰਗ ਆ, ਹਾਲ ਦੀ ਘੜੀ ਕੋਈ ਵੀ ਨਵਾਂ ਐਕਟ ਜਾਂ ਬਿੱਲ ਨਹੀਂ ਬਣਾਇਆ ਜਾ ਸਕਦਾ, ਕਿਉਂਕਿ ਸੰਵਿਧਾਨਿਕ ਤੌਰ 'ਤੇ ਇਹ ਗਲਤ ਆ ਤੇ ਸੰਵਿਧਾਨਿਕ ਤੌਰ 'ਤੇ ਅੜਚਨ ਆ।
ਕਿਉਂਕਿ ਇਹ ਇੱਕ ਮਨੀ ਬਿੱਲ ਆ। ਜਦੋਂ ਇੱਕ ਮਨੀ ਬਿੱਲ ਗਵਰਨਰ ਕੋਲ ਪਿਆ ਹੈ ਤਾਂ ਦੂਜਾ ਨਹੀਂ ਪੇਸ਼ ਕੀਤਾ ਜਾ ਸਕਦਾ ਉਸੇ ਸੰਬੰਧ ਦੇ ਵਿੱਚ। ਇਹ ਜਵਾਬ ਸੀਗਾ ਉੱਥੋਂ ਮੌਕੇ 'ਤੇ। ਤਾਂ ਵਿੱਤ ਮੰਤਰੀ ਜੀ ਨੇ ਉਹਨਾਂ ਨੂੰ ਮੋੜਵਾਂ ਦੁਬਾਰੇ ਸਵਾਲ ਕੀਤਾ ਕਿ ਅਸੀਂ ਪਹਿਲਾਂ ਜਿਹੜਾ ਬਿੱਲ ਪਿਆ ਗਵਰਨਰ ਕੋਲ ਉਹਨੂੰ ਵਿਡਰਾ ਕਰ ਸਕਦੇ ਹਾਂ, ਮਤਲਬ ਵਾਪਸ ਲੈ ਸਕਦੇ ਹਾਂ। ਅਤੇ ਉਸ ਤੋਂ ਬਾਅਦ ਐਡਵੋਕੇਟ ਜਨਰਲ ਦਾ ਜਵਾਬ ਸੀਗਾ, ਸਰਕਾਰ ਆਪਣੇ ਪੱਧਰ 'ਤੇ ਕਦੇ ਵੀ ਉਸ ਜਿਹੜਾ ਬਿੱਲ ਆ ਉਹਨੂੰ ਵਿਡਰਾ ਨਹੀਂ ਕਰ ਸਕਦੀ, ਵਾਪਸ ਨਹੀਂ ਲੈ ਸਕਦੀ। ਗਵਰਨਰ ਜ਼ਰੂਰ ਵਾਪਸ ਕਰ ਸਕਦਾ ਹੈ, ਉਹ ਵੀ ਜੇ ਉਸ ਦੀ ਮਰਜ਼ੀ ਹੋਵੇ, ਪਰ ਅਜੇ ਇੱਦਾਂ ਦੀ ਕੋਈ ਪੋਜੀਸ਼ਨ ਨਹੀਂ ਹੈਗੀ। ਇਹ ਗੱਲ ਜਵਾਬ ਸੀ ਉਹਨਾਂ ਦਾ। ਉਹਨਾਂ ਨੇ ਰੀਜ਼ਨ ਦੱਸਿਆ ਇਹਦਾ, ਵੀ ਰੀਜ਼ਨ ਕੀ ਆ ਵੀ ਅਸੀਂ ਵਾਪਸ ਕਿਉਂ ਨਹੀਂ ਲੈ ਸਕਦੇ। ਉਹ ਕਹਿੰਦੇ ਅਸੈਂਬਲੀ ਦੇ ਵਿੱਚ ਜੋ ਬਿੱਲ ਜਾਂ ਪਾਸ ਕਰਕੇ ਗਵਰਨਰ ਕੋਲ ਭੇਜਿਆ ਜਾਂਦਾ ਹੈ, ਉਸ ਦਾ ਮਤਲਬ ਇਹ ਹੁੰਦਾ ਵੀ ਸਰਕਾਰ ਨੇ ਆਪਣਾ ਖਤਮ ਕਰਤਾ ਕੰਮ। ਬਿੱਲ ਪਾਸ ਕਰਨ ਤੋਂ ਬਾਅਦ ਸਰਕਾਰ ਦਾ ਕੰਮ ਖਤਮ। ਉਹ ਸਿਰਫ ਗਵਰਨਰ 'ਤੇ ਡਿਪੈਂਡ ਹੋ ਜਾਂਦਾ। ਉਸ ਤੋਂ ਬਾਅਦ ਗਵਰਨਰ ਦੀ ਮਰਜ਼ੀ ਤੋਂ ਬਿਨਾਂ ਨਾ ਉਹ ਵਾਪਸ ਆ ਸਕਦਾ ਹੈ, ਨਾ ਹੀ ਅੱਗੇ ਜਾ ਸਕਦਾ ਹੈ, ਨਾ ਹੀ ਉਹ ਪਾਸ ਹੋ ਸਕਦਾ ਗਵਰਨਰ ਦੀ ਮਰਜ਼ੀ ਤੋਂ ਬਿਨਾਂ। ਉਸ ਦੇ ਲਈ ਗਵਰਨਰ ਕੋਲ 3 ਆਪਸ਼ਨਾਂ ਹੁੰਦੀਆਂ ਨੇ ਜੋ ਐਡਵੋਕੇਟ ਜਨਰਲ ਨੇ ਦੱਸੀਆਂ। ਜਾਂ ਤਾਂ ਗਵਰਨਰ ਉਸ ਜਿਹੜਾ ਬਿੱਲ ਨੂੰ ਨੇ ਗਵਰਨਰ ਸਾਹਿਬ ਜਿਹੜੇ ਵਾਪਸ ਲੈ ਸਕਦੇ ਨੇ, ਜਾਂ ਫਿਰ ਉਹਨਾਂ ਦੇ ਉੱਪਰ ਦੂਜੇ ਨੰਬਰ 'ਤੇ ਕੋਈ ਇਤਰਾਜ਼ ਟਿੱਪਣੀ ਲਾ ਕੇ ਵਾਪਸ ਭੇਜ ਸਕਦੇ ਨੇ। ਦੂਜੀ ਆਪਸ਼ਨ ਉਹਨਾਂ ਨੇ ਦੱਸੀ ਕਿ ਕੋਲ ਰੱਖ ਸਕਦੇ ਨੇ, ਉਹ ਆਪਣੇ ਕੋਲ ਰੱਖ ਸਕਦੇ ਨੇ। ਅਤੇ ਤੀਜੀ ਆਪਸ਼ਨ ਉਹਨਾਂ ਨੇ ਦੱਸੀ ਕਿ ਗਵਰਨਰ ਉਸ ਨੂੰ ਜੇ ਉਹ ਸਹੀ ਆ ਤਾਂ ਪਾਸ ਵੀ ਕਰ ਸਕਦੇ ਨੇ। ਇਸ 'ਤੇ ਵਿੱਤ ਮੰਤਰੀ ਜੀ ਦਾ ਸਵਾਲ ਦੁਬਾਰੇ ਸੀ ਐਡਵੋਕੇਟ ਜਨਰਲ ਨੂੰ ਕਿ ਗਵਰਨਰ ਕਦੋਂ ਤੱਕ ਆਪਣੇ ਕੋਲ ਰੱਖ ਸਕਦਾ ਹੈ। ਤਾਂ ਐਡਵੋਕੇਟ ਜਨਰਲ ਨੇ ਉਹਨਾਂ ਨੂੰ ਸਾਫ਼ ਅਤੇ ਸਪਸ਼ਟ ਕਿਹਾ ਕਿ ਇਹ ਉਹਨਾਂ ਦੀ ਮਰਜ਼ੀ 'ਤੇ ਡਿਪੈਂਡ ਆ। ਸੰਵਿਧਾਨ ਜਾਂ ਕਾਨੂੰਨ ਮੁਤਾਬਿਕ ਉਹਨਾਂ 'ਤੇ ਕੋਈ ਪਾਬੰਦੀ ਨਹੀਂ ਹੈਗੀ। 1 ਮਹੀਨਾ ਵੀ ਰੱਖ ਸਕਦੇ ਨੇ, 2 ਮਹੀਨਾ ਵੀ ਰੱਖ ਸਕਦੇ ਨੇ, 2 ਸਾਲ ਵੀ, ਜਾਂ ਫਿਰ ਵੱਧ ਤੋਂ ਵੱਧ ਕਿੰਨਾ ਵੀ ਸਮਾਂ ਉਹ ਆਪਣੇ ਕੋਲ ਰੱਖ ਸਕਦੇ ਨੇ। ਉਹਨਾਂ ਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਪਾਬੰਦੀ ਜਾਂ ਬੰਦਿਸ਼ ਨਹੀਂ ਹੈਗੀ। ਅਤੇ ਮੰਤਰੀ ਸਾਹਿਬ ਕੋਲ ਇਸ ਟਾਈਮ ਕੋਈ ਜਵਾਬ ਨਹੀਂ ਸੀਗਾ, ਬਿਲਕੁਲ ਚੁੱਪ ਸੀਗੇ, ਸੋਚਣ ਲੱਗ ਗਏ। ਉਸ ਤੋਂ ਬਾਅਦ ਉਹਨਾਂ ਨੇ ਗੱਲ ਬਿਲਕੁਲ ਗੋਲ ਮੋਲ ਕਰਤੀ, ਕਿਉਂਕਿ ਇਸ ਤੋਂ ਇਹ ਗੱਲ ਸਪਸ਼ਟ ਹੁੰਦੀਆਂ ਨੇ ਕਈ ਗੱਲਾਂ। ਪਹਿਲਾਂ ਆਪਾਂ ਉਹੀ ਕਰ ਲਈਏ ਜੋ ਗੱਲਾਂ ਸਪਸ਼ਟ ਹੁੰਦੀਆਂ ਨੇ। ਪਹਿਲੇ ਨੰਬਰ 'ਤੇ ਤਾਂ ਇਹ ਸਪਸ਼ਟ ਹੁੰਦਾ ਕਿ ਇਹ ਕਹਿ ਰਹੇ ਨੇ ਅਸੀਂ ਸਬ ਕਮੇਟੀ ਬਣਾਤੀ, ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਜਾਂ 10 ਸਾਲਾ ਪਾਲਿਸੀ ਲਈ ਮੀਟਿੰਗਾਂ ਕਰ ਰਹੇ ਹਾਂ। ਜੇ ਮੀਟਿੰਗਾਂ ਕਰ ਰਹੇ ਨੇ ਤਾਂ ਜੇ ਪਹਿਲਾਂ ਮੀਟਿੰਗਾਂ ਹੋਈਆਂ ਨੇ ਤਾਂ ਸਰਕਾਰ ਨੇ ਕੋਈ ਨਿਸ਼ਚਿਤ ਕੀਤਾ ਤਾਂ ਉਹਨਾਂ ਨੂੰ ਕੱਲ੍ਹ ਦੀ ਮੀਟਿੰਗ ਵਿੱਚ ਐਡਵੋਕੇਟ ਜਨਰਲ ਅਤੇ ਕਾਨੂੰਨੀ ਮਾਹਿਰ ਬੁਲਾਉਣ ਦੀ ਲੋੜ ਕੀ ਪੈ ਗਈ ਸੀ। ਕਿਉਂਕਿ ਉਹਨਾਂ ਨੂੰ ਪਹਿਲਾਂ ਜਾਣਕਾਰੀ ਹੋਣੀ ਚਾਹੀਦੀ ਸੀ ਕਿ ਅਸੀਂ ਐਕਟ ਪਾਸ ਕਰਨਾ ਹੈ ਜਾਂ ਬਿੱਲ ਲਿਆਉਣਾ ਹੈ ਜਾਂ ਕਾਨੂੰਨ ਬਣਾਉਣਾ ਹੈ ਜਾਂ ਕੁਛ ਵੀ ਕਿਸੇ ਵੀ ਤਰ੍ਹਾਂ ਦਾ ਕੋਸ਼ਿਸ਼ ਕਰਨੀ ਹੈ, 10 ਸਾਲਾ ਪਾਲਿਸੀ ਲੈ ਕੇ ਆਉਣੀ ਆ, ਤਾਂ ਉਹਦੇ ਲਈ ਉਹਨਾਂ ਨੂੰ ਪਹਿਲਾਂ ਜਾਣਕਾਰੀ ਹੋਣੀ ਸੀ। ਜਦ ਕਿ ਕੱਲ੍ਹ ਮੰਤਰੀ ਸਾਹਿਬ ਖੁਦ ਮੀਟਿੰਗ ਦੇ ਵਿੱਚ ਸਾਡੇ ਸਾਹਮਣੇ ਜਾਣਕਾਰੀ ਲੈ ਰਹੇ ਸੀ। ਇਸ ਦਾ ਮਤਲਬ ਕੱਲ੍ਹ ਤੋਂ ਪਹਿਲਾਂ ਇਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵਿਚਾਰ ਚਰਚਾ ਇਸ ਸੰਬੰਧੀ ਨਹੀਂ ਕੀਤੀ ਗਈ, ਜਾਂ ਫਿਰ ਕੀਤੀ ਗਈ ਆ ਅਤੇ ਸਾਡੇ ਸਾਹਮਣੇ ਉਹਨਾਂ ਤੋਂ ਜਵਾਬ ਦਵਾ ਰਹੇ ਸੀ ਕਿ ਤੁਹਾਡਾ ਮਸਲਾ ਲੰਬਾ ਪੈ ਸਕਦਾ ਹੈ। ਉਸ ਤੋਂ ਬਾਅਦ ਪਾਲਿਸੀ ਬਣਾਉਣ ਦੇ ਵਿੱਚ ਦਿੱਕਤ ਆ ਸਕਦੀ ਹੈ। ਇਹ ਗੱਲ ਗਵਰਨਰ ਜਿਹੜੇ ਹੈਗੇ ਦੇ ਕੋਲ ਜਿਹੜੀ ਫਾਈਲ ਪਈ ਹੋਣ ਕਰਕੇ ਜਿਹੜੇ ਉੱਥੇ ਐਡਵੋਕੇਟ ਜਨਰਲ ਸੀ ਉਹਨਾਂ ਨੇ ਕਿਹਾ ਕਿ ਦਿੱਕਤ ਆ ਸਕਦੀ ਆ। ਕਿਉਂਕਿ ਜਿਹੜੀ ਪਾਲਿਸੀ ਜਾਂ ਕੋਈ ਐਕਟ ਜਾਂ ਬਿੱਲ ਹੁੰਦਾ ਹੈ ਉਹ 1 ਟਾਈਮ ਸੈਟਲਮੈਂਟ ਲਈ ਹੀ ਹੁੰਦਾ ਹੈ, ਮਗਰ ਉਹ ਰੱਦ ਹੋ ਜਾਂਦਾ, ਦੁਬਾਰਾ ਨਹੀਂ ਲਿਆ ਸਕਦੇ। ਇੱਦਾਂ ਹੀ ਜਦੋਂ ਤੱਕ ਗਵਰਨਰ ਕੋਲ ਇੱਕ ਬਿੱਲ ਪਿਆ ਹੈ ਉਦੋਂ ਤੱਕ ਕੋਈ ਵੀ ਦੂਜਾ ਬਿੱਲ ਲਿਆ ਹੀ ਨਹੀਂ ਸਕਦੇ ਹੈਗੇ। ਵਾਰ-ਵਾਰ ਨਾ ਕੋਈ ਪਾਲਿਸੀ ਆ ਸਕਦੀ ਹੈ, ਨਾ ਬਿੱਲ, ਨਾ ਐਕਟ ਆ ਸਕਦਾ ਹੈ। ਉਸ ਤੋਂ ਬਾਅਦ ਸਰਕਾਰ ਨੇ ਜਾਂ ਕੋਰਟ ਨੇ ਜਾਂ ਜੋ ਵੀ ਕਾਨੂੰਨ ਦਾ ਫੈਸਲਾ ਹੋਇਆ ਹਾਈ ਕੋਰਟ ਵੱਲੋਂ, ਉਹਦੇ ਮੁਤਾਬਿਕ ਸਰਕਾਰਾਂ 'ਤੇ ਇੱਕ ਪਾਬੰਦੀ ਲਾ ਦਿੱਤੀ ਵੀ ਆਊਟਸੋਰਸ ਅਤੇ ਬੈਕਡੋਰ ਭਰਤੀਆਂ ਬਿਲਕੁਲ ਬੰਦ ਨੇ। ਜੋ ਭਰਤੀ ਕਰਨੀ ਆ ਕਾਨੂੰਨੀ ਤਰੀਕੇ ਨਾਲ ਕਰੋ। ਇਸ ਕਰਕੇ ਦੁਬਾਰੇ ਬਿੱਲ ਦੀ ਲੋੜ ਵੀ ਨਹੀਂ ਪੈ ਸਕਦੀ ਅਤੇ 1 ਟਾਈਮ ਸੈਟਲਮੈਂਟ 'ਚ ਰੱਖਿਆ ਗਿਆ। ਫਿਰ ਉਸ ਤੋਂ ਬਾਅਦ ਮੰਤਰੀ ਸਾਹਿਬ ਦਾ ਕਹਿਣਾ ਸੀ ਕਾਨੂੰਨੀ ਅੜਚਣਾਂ ਦਾ ਜਿਹੜਾ ਹੱਲ ਆ ਲੱਭਣ ਲਈ ਕਮੇਟੀ ਬਣੀ ਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ 2006 ਤੋਂ ਹੁਣ ਤੱਕ ਜੋ ਹੋਇਆ ਅਸੀਂ ਹੁਣ ਅੱਗੇ ਨਹੀਂ ਹੋਣ ਦੇਣਾ। ਤਾਂ ਕਰਕੇ ਜਥੇਬੰਦੀਆਂ ਦੀ ਸਲਾਹ ਲਈ ਜਾ ਰਹੀ ਹੈ ਅਗਲਾ ਵੀ ਅਸੀਂ ਮਸਲਾ ਹੱਲ ਕਰ ਸਕੀਏ। ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਜਦੋਂ ਐਡਵੋਕੇਟ ਜਨਰਲ ਨੇ ਸਾਫ਼ ਕਹਿ ਦਿੱਤਾ ਕਿ ਮਹੀਨਾ, 2 ਮਹੀਨੇ, 3 ਮਹੀਨੇ, 2 ਸਾਲ, 4 ਸਾਲ ਅਸੀਂ ਕੋਈ ਬਿੱਲ ਜਾਂ ਕਾਨੂੰਨ ਜਾਂ ਐਕਟ ਨਹੀਂ ਪਾਸ ਕਰ ਸਕਦੇ ਜਦੋਂ ਤੱਕ ਗਵਰਨਰ ਕੋਲ ਫਾਈਲ ਫਸੀ ਆ ਅਤੇ ਉਹ ਉਹਨਾਂ ਦੀ ਮਰਜ਼ੀ 'ਤੇ ਡਿਪੈਂਡ ਆ।
ਤੇ ਦੂਜੀ ਗੱਲ ਉਹਨਾਂ ਨੇ ਕਹੀ ਕਿ ਆਊਟਸੋਰਸ ਵਾਲੇ ਕਿਸੇ ਬਿੱਲ ਜਾਂ ਐਕਟ ਵਿੱਚ ਨਹੀਂ ਆ ਸਕਦੇ। ਤਾਂ ਮੰਤਰੀ ਸਾਹਿਬ ਸਾਡੇ ਤੋਂ ਸਲਾਹਾਂ ਕਿਉਂ ਮੰਗਦੇ ਸੀ? ਜਦੋਂ ਸਾਡੇ ਸਾਹਮਣੇ ਬਹਿ ਕੇ ਤਿੰਨ ਤਿੰਨ ਕਾਨੂੰਨੀ ਮਾਹਿਰ ਉਹਨਾਂ ਨੂੰ ਕੋਰੀ ਨਾ ਕਰ ਚੁੱਕੇ ਨੇ, ਤਾਂ ਸਾਡੇ ਨਾਲ ਸਲਾਹ ਕਰਨ ਦਾ ਮਤਲਬ ਨਹੀਂ ਬਣਦਾ ਸੀ। ਪਰ ਉਹਨਾਂ ਨੇ ਸੋਚਿਆ ਕਿ ਹੁਣ ਜਥੇਬੰਦੀਆਂ ਨੂੰ ਬੁਲਾਇਆ ਵਾ, 15 ਅਗਸਤ ਆ ਰਹੀ ਆ, ਇਹਨਾਂ ਨੂੰ ਕਿਸੇ ਤਰ੍ਹਾਂ ਹਵਾ ਛਕਾ ਕੇ ਤੋਰ ਦਈਏ। ਸਾਰਿਆਂ ਤੋਂ ਵਿਚਾਰ ਲੈ ਗਏ ਵਾਰੀ ਵਾਰੀ। 16 ਜਥੇਬੰਦੀਆਂ ਨੂੰ ਸੱਦਾ ਸੀ, ਜਿਹਦੇ ਵਿੱਚੋਂ 11 ਪਹੁੰਚੀਆਂ ਸੀ। ਇਕੱਲੇ ਇਕੱਲੇ ਜਥੇਬੰਦੀ ਨੂੰ ਟਾਈਮ ਦਿੱਤਾ ਗਿਆ, ਜਿਹਦੇ ਵਿੱਚ ਮੈਂ ਸਿੱਖਿਆ ਪ੍ਰੋਵਾਈਡਰ ਅਧਿਆਪਕ ਜਥੇਬੰਦੀ ਜਾਂ ਕਿਸੇ ਵੀ ਜਥੇਬੰਦੀ ਵੱਲੋਂ ਨਾ ਬੋਲਿਆ ਨਾ ਗਿਆ। ਮੈਂ ਆਪਣੇ ਵਿਚਾਰ ਅਲੱਗ ਤੌਰ 'ਤੇ ਰੱਖੇ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਵਿਚਾਰ ਸੀ ਕਿ ਸਰਕਾਰ ਜਿਹੜਾ ਸਪਸ਼ਟ ਸ਼ਬਦਾਂ ਦੇ ਵਿੱਚ ਮੰਤਰੀ ਸਾਹਿਬ ਦੇ ਸਾਹਮਣੇ ਮੈਂ ਇਹ ਗੱਲ ਕਹੀ ਆ ਕਿ ਸਰਕਾਰ ਗੱਲਾਂ ਕਰ ਰਹੇ ਨੇ ਪਾਲਿਸੀ ਬਣਾਉਣ ਦੀਆਂ, ਜੋ ਕਿ ਆਉਂਦੀ ਨਹੀਂ ਦਿਖ ਰਹੀ। ਮੈਨੂੰ ਨਹੀਂ ਲੱਗਦਾ ਵੀ 2-4 ਸਾਲ ਇਹ ਆਊਗੀ। ਪਰ ਮੰਤਰੀ ਸਾਹਿਬ ਨੇ ਮੋੜਵਾ ਜਵਾਬ ਨਹੀਂ ਦਿੱਤਾ ਕਿ ਅਸੀਂ ਲੈ ਕੇ ਆ ਰਹੇ ਹਾਂ। ਅਤੇ ਮੇਰਾ ਕਹਿਣਾ ਇਹ ਸੀਗਾ ਕਿ ਮੈਨੂੰ ਨਹੀਂ ਲੱਗਦਾ ਇਹ ਆਊਗੀ, ਕਿਉਂਕਿ ਕਾਨੂੰਨੀ ਮਾਹਿਰਾਂ ਦੇ ਮੁਤਾਬਿਕ ਇਹ ਕੜਿੱਕੀ ਵਿੱਚ ਫਸੀ ਵੀ ਆ। ਅਤੇ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ। ਸਰਕਾਰ ਜੇ ਫਿਕਰਮੰਦ ਆ, ਭਗਵੰਤ ਮਾਨ ਕਹਿ ਰਹੇ ਨੇ ਕਿ ਅਸੀਂ ਕੱਚੇ ਅਧਿਆਪਕਾਂ ਦੇ ਲਈ ਫਿਕਰਮੰਦ ਆ, ਤਾਂ ਉਹ ਟੀਵੀ ਵਿੱਚ ਬਿਆਨ ਦੇ ਰਹੇ ਨੇ, ਤਾਂ ਆਪਣੇ ਘਰੇ ਵਾਅਦੇ ਮੁਤਾਬਿਕ ਉਹ ਤਨਖਾਹ ਵਾਧਾ ਤੁਰੰਤ ਕਰਨ, ਕਿਉਂਕਿ ਸਾਡੇ ਘਰਾਂ ਦੇ ਗੁਜ਼ਾਰੇ ਔਖੇ ਨੇ। ਸਾਡੇ ਲੋਕ ਜੇ ਬਿਮਾਰ ਹੋ ਜਾਂਦੇ ਨੇ, ਸਾਨੂੰ ਛੁੱਟੀ ਲੈਣੀ ਔਖੀ ਆ, ਸਾਡਾ ਮੈਡੀਕਲ ਭੱਤਾ ਨਹੀਂ, ਕਿਸੇ ਤਰ੍ਹਾਂ ਦੀ ਸਾਨੂੰ ਮੈਡੀਕਲ ਸਹੂਲਤਾਂ ਨਹੀਂ ਹੈਗੀਆਂ। ਅਤੇ ਇਹਨਾਂ ਗੱਲਾਂ 'ਤੇ ਇਤਰਾਜ਼ ਕਰਦੇ ਹੋਏ ਮੈਂ 2-3 ਮਿੰਟ ਪੂਰੀ ਗੱਲ ਰੱਖੀ। ਮੈਂ ਤਨਖਾਹ ਵਾਧੇ ਨੂੰ ਕਿਹਾ ਕਿ ਤਨਖਾਹ ਵਾਧਾ, ਜਦ ਕਿ ਮੇਰੇ ਤੋਂ ਪਹਿਲਾਂ ਤਨਖਾਹ ਵਾਧੇ ਦੀ ਗੱਲ ਕਈ ਜਥੇਬੰਦੀਆਂ ਪਹਿਲਾਂ ਵੀ ਕਰ ਚੁੱਕੀਆਂ ਸੀ, ਜਿਨ੍ਹਾਂ ਦੇ ਵਿੱਚ ਮੈਡਮ ਗੋਗਾ ਅਤੇ ਹੋਰ 1-2 ਜਥੇਬੰਦੀ ਦੇ ਮੈਂਬਰ ਕਹਿ ਚੁੱਕੇ ਸੀ। ਮੈਂ ਦੂਜੀ ਗੱਲ ਇਹ ਕਰੀ ਕਿ ਪਿਛਲੀ ਸਰਕਾਰ ਦੇ ਵਿੱਚ ਜਦੋਂ ਬਦਲੀਆਂ ਹੋਈਆਂ ਤਾਂ ਸਾਡੀ ਪੋਸਟ ਭਰੀ ਮੰਨੀ ਜਾ ਰਹੀ ਸੀ, ਅਤੇ ਉਹਦੇ ਵਿੱਚ ਅਸੀਂ ਘੱਟੋ ਘੱਟ ਇੰਨੇ ਤਾਂ ਸੇਫ ਸੀ ਕਿ ਅਸੀਂ ਇੱਕ ਪੋਸਟ 'ਤੇ ਬੈਠੇ ਹਾਂ ਅਤੇ ਸਾਡੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਮੁਲਾਜ਼ਮ ਬਦਲੀ ਕਰਾ ਕੇ ਨਹੀਂ ਆ ਸਕਦਾ, ਜਾਂ ਨਵੀਂ ਭਰਤੀ ਸਾਡਾ ਹੱਕ ਨਹੀਂ ਦੱਬ ਸਕਦੀ। ਪਰ ਤੁਹਾਡੀ ਸਰਕਾਰ ਨੇ ਜਿਹੜੀਆਂ ਬਦਲੀਆਂ ਉਹਨਾਂ ਵਿੱਚ ਸਾਡੀ ਪੋਸਟ ਨੂੰ ਜਿਹੜਾ ਭਰੀ ਨਾ ਮੰਨ ਕੇ ਖਾਲੀ ਕਰ ਦਿੱਤਾ, ਜਿਸ ਦੇ ਸੰਬੰਧੀ 3 ਲੈਟਰ ਪਹਿਲਾਂ ਸਾਡੀ ਭਰੀ ਦੇ ਜਾਰੀ ਹੋਏ ਸੀ, ਪਰ ਚੁੱਪ ਚਪੀਤੇ ਚੋਰ ਮੋਰੀਆਂ ਰਾਹੀਂ ਸਾਨੂੰ ਖੂੰਜੇ ਲਾ ਦਿੱਤਾ। ਜਿਹਦੇ ਵਿੱਚ ਮੈਂ ਪਟਿਆਲੇ ਦੇ ਰਾਜਪੁਰਾ ਬਲਾਕ ਦੇ ਸਾਮਦੂ ਸਕੂਲ ਦੀ ਵੀ ਉਦਾਹਰਨ ਦਿੱਤੀ ਕਿ ਉੱਥੇ 6 ਅਧਿਆਪਕ 5 ਤੋਂ 6 ਸੀਗੇ ਕੱਚੇ ਅਧਿਆਪਕਾਂ ਨੇ ਸਕੂਲ ਚਲਾਇਆ ਸੀ, ਵੱਡੀ ਗਿਣਤੀ ਵਿੱਚ ਉੱਥੇ ਜਿਹੜੇ ਬੱਚੇ ਦਾਖਲ ਕਰ ਲਏ ਸੀ। ਅਤੇ ਉਸ ਤੋਂ ਬਾਅਦ ਹੁਣ ਉੱਥੇ 5 ਤੋਂ 6 ETT ਟੀਚਰ ਨਵੇਂ ਆ ਗਏ, ਅਤੇ 5 ਤੋਂ 6 ਸਾਡੇ ਸਾਥੀ ਖੂੰਜੇ ਲਾ ਦਿੱਤੇ ਨੇ। ਅਤੇ ਉਸ ਤੋਂ ਬਾਅਦ ਵਿਭਾਗੀ ਮਸਲਿਆਂ ਦੇ ਵਿੱਚ ਵੀ ਕਿਹਾ ਕਿ ਜੇਕਰ ਸਰਕਾਰ ਨੇ ਜੋ ਸਾਨੂੰ ਪਹਿਲਾਂ ਦਿੱਤੀਆਂ ਸੀ ਸਹੂਲਤਾਂ ਉਹ ਵੀ ਖੋਲ੍ਹੀਆਂ, ਇਹ ਸਾਡੇ ਨਾਲ ਜਿਹੜੀ ਹੈਗੀ ਆ ਰਾਜਨੀਤੀ ਹੋਈ ਆ ਜਾਂਦੇ ਹੋਏ ਸਰਕਾਰ ਨੇ। ਉਸ ਤੋਂ ਬਾਅਦ ਭਰੀ ਪੋਸਟ ਮੰਨੀ ਜਾਵੇ ਤਨਖਾਹ ਵਾਧੇ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਵੀ ਮੰਤਰੀ ਨੇ ਇਹ ਕਿਹਾ ਹੋਵੇ ਵੀ ਤੁਹਾਡਾ ਅਸੀਂ ਤਨਖਾਹ ਵਾਧਾ ਕਰ ਰਹੇ ਹਾਂ। ਨਾ ਹੀ ਉਹਨਾਂ ਨੇ ਕਿਸੇ ਵੀ ਮੋੜ 'ਤੇ ਉਹਨਾਂ ਨੇ 10 ਸਾਲਾ ਪੋਲਿਸੀ ਨੂੰ ਸਟੈਂਡ ਨਹੀਂ ਲਿਆ ਵੀ ਅਸੀਂ ਪੱਕੀ ਲੈ ਕੇ ਆਵਾਂਗੇ ਜਾਂ ਲੈ ਕੇ ਆ ਰਹੇ ਹਾਂ ਜਾਂ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਐਡਵੋਕੇਟ ਜਨਰਲ ਦੇ ਬਿਆਨ ਤੋਂ ਬਾਅਦ ਉਹ ਬਿਲਕੁਲ ਇਸ ਮਸਲੇ 'ਤੇ ਬੋਲੇ ਹੀ ਨਹੀਂ। ਕਿਸੇ ਇੱਕ ਜਥੇਬੰਦੀ ਦੇ ਮੈਨੂੰ ਨਾਂ ਨਹੀਂ ਪਤਾ ਹੈ ਉਹਨਾਂ ਦਾ, ਉਹਨਾਂ ਨੇ ਮੰਤਰੀ ਸਾਹਿਬ ਤੋਂ ਸਪਸ਼ਟ ਸ਼ਬਦਾਂ ਤੋਂ ਦੇ ਵਿੱਚ ਪੁੱਛਿਆ ਸੀ ਵੀ ਮੰਤਰੀ ਸਾਹਿਬ ਜਿਹੜੇ ਤੁਸੀਂ ਪੋਲਿਸੀ ਲੈ ਕੇ ਆ ਰਹੇ ਹੋ ਉਹਦਾ ਵਜੂਦ ਕੀ ਆ, ਕੀ ਰੂਲ ਨੇ, ਜਾਂ ਸਾਨੂੰ ਕਿਵੇਂ ਸੈੱਟ ਕਰ ਰਹੇ ਹੋ, ਇਹਦੇ ਬਾਰੇ ਕੋਈ ਚਾਨਣਾ ਪਾਓ। ਪਰ ਮੰਤਰੀ ਸਾਹਿਬ ਦਾ ਇਸ ਉੱਤੇ ਕੋਈ ਬਿਆਨ ਨਹੀਂ ਸੀ। ਇਸ ਤੋਂ ਕੱਲ੍ਹ ਵਾਲੀ ਮੀਟਿੰਗ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਵੀ 10 ਸਾਲਾ ਪੋਲਿਸੀ ਨਾ ਤਾਂ ਆਵੇ ਅੱਜ, ਨਾ ਆਵੇ ਕੱਲ੍ਹ, ਨਾ ਹੀ ਉਮੀਦ ਆ, ਕਿਉਂਕਿ ਸਰਕਾਰ ਸਿਰਫ ਅਤੇ ਸਿਰਫ ਡੰਗ ਟਪਾ ਰਹੀ ਆ। ਕੁਛ ਲੋਕ ਗੱਪ ਡੇਟ ਪਾ ਕੇ ਗੁੰਮਰਾਹ ਕਰਦੇ ਨੇ ਵੀ ਅਸੀਂ ਤਾਂ ਜੀ ਫਲਾਣਾ ਕਾਨੂੰਨ ਦੇ ਆਏ, ਅਸੀਂ ਤਾਂ ਜੀ ਫਲਾਣਾ ਗੱਲਾਂ ਦੇ ਆਏ, ਜਾਂ ਫਿਰ ਸਾਡੇ ਬੰਦੇ ਗਏ ਸੀ। ਠੀਕ ਆ, ਬੰਦੇ ਗਏ ਸੀ, ਵਧੀਆ ਗੱਲਬਾਤ ਹੋਈ ਆ, ਇਸ ਤੋਂ ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ। ਪਰ ਇੱਕ ਗੱਪ ਡੇਟ ਪਾ ਕੇ ਲੋਕਾਂ ਨੂੰ ਦੁਖੀ ਕਰਨਾ ਜਾਂ ਲੋਕਾਂ ਨੂੰ ਗੁੰਮਰਾਹ ਕਰਨਾ ਛੱਡ ਦੇਣਾ ਚਾਹੀਦਾ, ਕਿਉਂਕਿ ਕੇਡਰ ਦੀ ਮਰਜ਼ੀ ਨਾਲ ਚੱਲਣ ਦਾ ਸਾਨੂੰ ਹੱਕ ਆ। ਜੋ ਕੇਡਰ ਚਾਹੁੰਦਾ ਉਹਦੀ ਸਹਿਮਤੀ ਨਾਲ, ਨਾ ਕਿ ਤਾਨਾਸ਼ਾਹੀ ਤਰੀਕੇ ਨਾਲ ਕਿਸੇ ਮਤਲਬ ਟੋਲੇ ਸਮਝ ਕੇ ਕੇਡਰ ਨੂੰ ਉਹਨਾਂ 'ਤੇ ਕਬਜ਼ਾ ਕਰਿਆ ਜਾਵੇ। ਗੱਪ ਡੇਟ ਦੇ ਵਿੱਚ ਗੁੰਮਰਾਹ ਕਰਕੇ ਲੋਕਾਂ ਨੂੰ ਫੇਰ ਭੋਲੇ ਭਾਲੇ ਲੋਕਾਂ ਨੂੰ ਉਲਝਾਇਆ ਜਾ ਰਿਹਾ। ਅਤੇ ਇੱਥੋਂ ਤੱਕ ਪਤਾ ਲੱਗਿਆ ਕਿ ਪਹਿਲਾਂ ਫੰਡ ਸਰੇਆਮ ਇਕੱਠਾ ਕਰਿਆ ਜਾਂਦਾ ਸੀ, ਹੁਣ 10 ਸਾਲਾ ਪਾਲਿਸੀ ਦੇ ਨਾਂ 'ਤੇ ਅੰਦਰ ਖਾਤੇ ਫੰਡ ਵੀ ਲਿਆ ਗਿਆ ਕਿ ਸਾਡੇ ਜਾਣ ਆਉਣ ਦੇ ਖਰਚੇ ਚਾਹੀਦੇ ਨੇ। ਲੋਕ ਦੇ ਵੀ ਰਹੇ ਨੇ, ਪਰ ਲੋਕ ਉਹਨਾਂ ਨੂੰ ਜੋ ਫੰਡ ਮੰਗਦੇ ਨੇ ਜਾਂ ਫੋਨ ਕਰਦੇ ਨੇ ਜਾਂ ਲੈਣ ਆਉਂਦੇ ਨੇ,
ਉਹਨਾਂ ਤੋਂ ਇੱਕ ਸਵਾਲ ਕਰਕੇ ਦੇਖਿਓ ਕਿ 10 ਸਾਲਾ ਪਾਲਿਸੀ ਤੇ ਤੁਹਾਡਾ ਕੀ ਵਿਚਾਰ ਆ। ਤੇ ਅਪਡੇਟ ਵਾਲੇ 15 ਤਰੀਕ ਨੂੰ ਆਰਡਰ ਦੇ ਰਹੇ ਨੇ ਵੀ 15 ਤਰੀਕ ਨੂੰ ਤੁਹਾਨੂੰ ਆਰਡਰ ਮਿਲ ਜਾਣਗੇ। ਮੈਨੂੰ ਲੱਗਦਾ ਲੱਡੂਆਂ ਦੇ ਡੱਬੇ ਲੈ ਜਾਓ ਤੇ ਲੈ ਵੀ ਲਿਓ। ਸਰਕਾਰ ਸਿਰਫ ਟੀਚਰਾਂ ਕਰ ਰਹੀ ਆ ਅਧਿਆਪਕਾਂ ਦੇ ਨਾਲ, ਹੋਰ ਕੁਛ ਨਹੀਂ। ਇਹ ਸਾਨੂੰ ਸਮਝ ਜਾਣਾ ਚਾਹੀਦਾ ਹੈ। ਘੜਮ ਚੌਧਰੀ ਜਿਹੜੇ ਹੈਗੇ ਨੇ ਗਰਾਊਂਡ ਲੈਵਲ ਤੇ ਕੁਛ ਨਹੀਂ ਕਰ ਰਹੇ, ਸਿਰਫ ਪੁਰਾਣੀਆਂ ਗੱਲਾਂ ਜੋ ਪਿਛਲੀਆਂ ਸਰਕਾਰਾਂ ਨੇ ਕਰਿਆ ਜਾਂ ਹੁਣ ਉਹਨਾਂ ਨੂੰ ਗੁੰਮਰਾਹ ਕਰਿਆ ਜਾ ਰਿਹਾ ਹੈ, ਹੋਰ ਜ਼ਿਆਦਾ ਕੁਛ ਵੀ ਨਹੀਂ ਹੈਗਾ। ਇਸ ਕਰਕੇ ਕੇਡਰ ਨੂੰ ਆਪਣੇ ਫੈਸਲੇ ਆਪ ਲੈਣੇ ਚਾਹੀਦੇ ਨੇ। ਹੁਣ ਲੀਗਲ ਤੌਰ 'ਤੇ ਕੋਈ ਵੀ ਜਵਾਬ ਨਹੀਂ ਹੈਗਾ ਸਰਕਾਰ ਕੋਲ ਇਸ ਬਾਰੇ ਕਿ ਕੀ ਕਰ ਰਹੇ ਆ, ਕਿਵੇਂ ਕਰ ਰਹੇ ਆ। ਪਰ ਫਿਰ ਵੀ ਸਾਡੇ ਜਿਹੜੇ ਕੁਛ ਕਨਵੀਨਰ ਜਾਂ ਆਗੂ ਨੇ ਉਹ ਆਰਡਰ ਤਿਆਰ ਕਰੀ ਬੈਠੇ ਨੇ ਵੀ ਅਸੀਂ ਤੁਹਾਨੂੰ ਆਰਡਰ ਦਵਾ ਦਾਂਗੇ 15 ਤਰੀਕ ਨੂੰ, ਜੋ ਬਿਲਕੁਲ ਝੂਠ ਆ। ਤਨਖਾਹ ਵਾਧੇ ਦੇ ਉੱਤੇ ਸਰਕਾਰ ਬਿਲਕੁਲ ਚੁੱਪ ਆ। ਬਾਕੀ ਰਹੀ ਗੱਲ ਇਸ ਤੋਂ ਵੱਧ ਮੀਟਿੰਗ ਦੇ ਵਿੱਚ ਜੇ ਮੈਂ ਜਿੰਨੀ ਵੀ ਗੱਲ ਕਰੀ ਉਹਦੇ ਵਿੱਚ ਕੋਈ ਝੂਠ ਆ ਤਾਂ ਮੀਟਿੰਗ ਦੇ ਵਿੱਚ ਕੋਈ ਗਿਆ ਆਗੂ ਆਡੀਓ ਪਾ ਕੇ ਮੇਰੀ ਆਡੀਓ ਦੇ ਉੱਤੇ ਕਿੰਤੂ ਪ੍ਰੰਤੂ ਕਰ ਸਕਦਾ ਹੈ। ਮੀਟਿੰਗ ਦਾ ਸੱਚ ਇਹੀ ਹੈ ਵੀ ਸਰਕਾਰ ਨੇ ਕੱਲ੍ਹ ਸਿਰਫ ਇੱਕ ਲੱਕੜ ਦੀ ਗੋਲੀ ਦੇਤੀ, ਟੌਫੀ ਦੇਤੀ ਵੀ ਇਹਨੂੰ ਚੂਸੀ ਜਾਓ, ਨਾ ਸਵਾਦ ਆਵੇ ਨਾ ਮਿੱਠਾ ਆਵੇ ਨਾ ਕੁਛ ਨਿਕਲਣਾ। ਆਹੀ ਕੁਛ ਆਪਣੇ ਨਾਲ ਹੋ ਰਿਹਾ ਹੈ। ਕੇਡਰ ਨੂੰ ਹੁਣ ਆਪਣਾ ਫੈਸਲਾ ਲੈਣ ਦਾ ਹੱਕ ਆ, ਉਹ ਆਪਣੇ ਫੈਸਲੇ ਲਵੇ ਕਿਸੇ ਗੱਪਡੇਟ ਵਾਲੇ ਪਿੱਛੇ ਜਾਂ ਕਿਸੇ ਘਰ ਬੈਠ ਕੇ ਵੀ ਹਾਂ ਅਸੀਂ ਤਾਂ ਜੀ ਫਲਾਣਾ ਐਕਸ਼ਨ ਕਰ ਦਾਂਗੇ, ਮੀਟਿੰਗਾਂ ਲੈ ਲੈਣੀਆਂ। ਜਾਂ ਤਾਂ ਹੁਣ ਲੋੜ ਆ ਮੌਕੇ 'ਤੇ ਵੱਡੇ ਐਕਸ਼ਨ ਕਰਨ ਦੀ, ਨਾ ਕਿ ਐਲਾਨ ਕਰਨ ਦੀ। ਐਲਾਨ ਕਰਕੇ ਮੀਟਿੰਗਾਂ ਲੈਣ ਦਾ ਸਿਲਸਿਲਾ ਬੰਦ ਕਰਕੇ ਸਰਕਾਰ ਦੇ ਨਾਲ ਕਰੜੇ ਹੱਥੀ ਹੋ ਜਾਓਗੇ ਤਾਂ ਤੁਹਾਨੂੰ ਕੁਛ ਮਿਲੂਗਾ। ਨਹੀਂ ਸਰਕਾਰ ਨੇ 15 ਅਗਸਤ ਵੀ ਲਗਾ ਲੈਣੀਆਂ ਅਤੇ 26 ਜਨਵਰੀ ਵੀ। ਬਾਕੀ ਮੈਂ ਲਾਸਟ ਵਿੱਚ ਇੱਕ ਗੱਲ ਜ਼ਰੂਰ ਕਹੂੰਗਾ ਕਿ ਮੇਰੀ ਆਡੀਓ ਦੇ ਉੱਤੇ ਜੇ ਕਿਸੇ ਨੂੰ ਕਿੰਤੂ ਪ੍ਰੰਤੂ ਆ ਤਾਂ ਉਹ ਆਡੀਓ ਪਾ ਕੇ ਸਪਸ਼ਟ ਕਰ ਸਕਦਾ। ਦੂਸਰੇ ਨੰਬਰ 'ਤੇ ਜਿਹੜੇ ਮੇਰੇ ਇਹ ਵਿਚਾਰ ਨੇ ਕਿਸੇ ਜਥੇਬੰਦੀ ਵੱਲੋਂ ਨਹੀਂ ਹੈਗੇ, ਨਾ ਹੀ ਮੈਂ ਮੌਜੂਦਾ ਸਮੇਂ ਦੇ ਵਿੱਚ ਕਿਸੇ ਜਥੇਬੰਦੀ ਦਾ ਕੋਈ ਸਟੇਟ ਕਮੇਟੀ ਮੈਂਬਰ ਹਾਂ। ਮੈਂ ਇੱਕ ਆਮ ਕੇਡਰ ਦੇ ਤੌਰ 'ਤੇ ਕੋਸ਼ਿਸ਼ ਕੀਤੀ ਵੀ ਮੈਂ ਆਪਣੇ ਮਨ ਦੀਆਂ ਗੱਲਾਂ ਕਲੀਅਰ ਕਰਾਂ ਅਤੇ ਅਚਾਨਕ ਚਲੋ ਮੀਟਿੰਗ ਦੇ ਵਿੱਚ ਜਾਣ ਦਾ ਮੌਕਾ ਵੀ ਮਿਲ ਗਿਆ। ਆਹ ਮੀਟਿੰਗ ਦਾ ਸੱਚ ਆ। ਬਾਹਲੇ ਵੱਡੇ ਸੁਪਨੇ ਨਾ ਦੇਖੋ, ਤੁਹਾਡੇ ਲਈ ਸਰਕਾਰ ਅਜੇ ਜ਼ੀਰੋ 'ਤੇ ਖੜੀ ਆ। ਤਨਖਾਹ ਵਾਧੇ ਦੇ ਉੱਤੇ ਵੀ 10 ਸਾਲਾ ਪਾਲਿਸੀ 'ਤੇ ਤਾਂ ਤੁਹਾਨੂੰ ਕਲੀਅਰ ਕਰਤਾ ਕਿ ਸਰਕਾਰ ਕੋਲ ਅੱਗੇ ਵਧਣ ਦਾ ਕੋਈ ਰਸਤਾ ਹੀ ਨਹੀਂ। ਕੱਲ੍ਹ ਮੰਤਰੀ ਦੀ ਉਹ ਹਾਲਤ ਹੋਈ ਪਈ ਸੀ ਕਿ ਉਹ ਸਾਨੂੰ ਕੋਈ ਭਰੋਸਾ ਦੇਣ ਦੀ ਬਜਾਏ ਸਾਡੇ ਤੋਂ ਸਲਾਹਾਂ ਮੰਗਦੇ ਸੀ ਵੀ ਅਸੀਂ ਕਿਹੜੇ ਤਰੀਕੇ ਨਾਲ ਤੁਹਾਨੂੰ ਪੱਕੇ ਕਰ ਸਕਦੇ ਹਾਂ। ਠੀਕ ਆ, ਮੰਨਦੇ ਹਾਂ ਵੀ ਸਲਾਹ ਲੈ ਸਕਦੇ ਹੋ, ਪਰ ਅਸੀਂ ਆਪਣੀ ਗੱਲ ਰੱਖੀ ਆ। ਉਸ ਤੋਂ ਬਾਅਦ ਮੰਤਰੀ ਸਾਹਿਬ ਕੋਲੋਂ ਐਡਵੋਕੇਟ ਜਨਰਲ ਦੀ ਗੱਲ ਤੋਂ ਬਾਅਦ ਕੋਈ ਜਵਾਬ ਹੀ ਨਹੀਂ ਸੀ ਕਿ ਉਹ ਪਾਲਿਸੀ ਜਾਂ ਬਿੱਲ ਕਿਵੇਂ ਲੈ ਕੇ ਆਉਣਗੇ। ਅਤੇ ਮੈਂ ਸਪਸ਼ਟ ਸ਼ਬਦਾਂ ਵਿੱਚ ਮੰਤਰੀ ਸਾਹਿਬ ਦੇ ਸਾਹਮਣੇ ਬੋਲਿਆ ਕਿ ਬਿੱਲ ਆਉਂਦਾ ਲੱਗਦਾ ਨਹੀਂ, ਇੱਕ ਕੜਿੱਕੀ 'ਚ ਫਸਿਆ ਪਿਆ, ਆਵੇ ਨਾ 4 ਸਾਲ ਨਾ ਆਵੇ। ਵੀ ਸਾਨੂੰ ਤਨਖਾਹ ਵਾਧਾ ਚਾਹੀਦਾ, ਜੋ ਤੁਸੀਂ ਸਰਕਾਰ ਨੇ ਵਾਅਦਾ ਕੀਤਾ ਵੋਟਾਂ ਤੋਂ ਪਹਿਲਾਂ ਉਹ ਸਾਨੂੰ ਦੇਣਾ ਬਣਦਾ। ਸਾਡੀ ਹਾਲਤ ਖਰਾਬ ਆ, ਸਾਨੂੰ ਦਿਓ। ਸਾਥੀਓ ਇੰਨੀ ਕੁ ਆਡੀਓ, ਮੈਂ ਜ਼ਿਆਦਾ ਆਡੀਓ ਕਦੇ ਪਾਈ ਨਹੀਂ, ਨਾ ਕੋਈ ਗੱਲਬਾਤ ਰੱਖੀ ਆ। ਕੋਈ ਗਲਤੀ ਰਹਿ ਗਈ ਹੋਵੇ, ਹੋ ਸਕਦਾ ਬੋਲਣ ਦੇ ਵਿੱਚ ਇੱਕ ਅੱਧੇ ਸ਼ਬਦ ਦੇ ਵਿੱਚ। ਬਾਕੀ ਜੋ ਮੀਟਿੰਗ ਦਾ ਹਾਲ ਸੀ ਤੁਹਾਨੂੰ ਦੱਸਤਾ, ਫੈਸਲਾ ਤੁਹਾਡੇ ਹੱਥ ਆ। ਧੰਨਵਾਦ ਸਾਥੀਓ ਸਾਰਿਆਂ ਦਾ ਬਹੁਤ ਬਹੁਤ।